ਸਾਡੇ ਦੂਰ ਦਾ ਰਿਸ਼ਤੇਦਾਰ ਸੀ ਤੇ ਬਚਪਨ ਵਿੱਚ ਹਰ ਛੁੱਟੀਆਂ ਵਿੱਚ ਸਾਡੇ ਘਰ ਆਉਂਦਾ ਸੀ। ਜਦੋਂ ਸਾਡੀ ਦੋਸਤੀ ਹੋਈ ਤਾਂ ਉਦੋਂ ਮੇਰੀ ਉਮਰ 6 ਜਾਂ 7 ਸਾਲ ਅਤੇ ਉਸ ਦੇ 5 ਜਾਂ 6 ਸਾਲ ਸੀ। ਅਸੀਂ ਦੋਨੋਂ ਪਰਿਵਾਰ ਰਿਸ਼ਤੇਦਾਰਾਂ ਤੋਂ ਜ਼ਿਆਦਾ ਚੰਗੇ ਦੋਸਤ ਸਨ। ਉਹ ਜਦੋਂ ਵੀ ਸਾਡੇ ਘਰ ਆਉਂਦਾ ਘਰ ਵਿੱਚ ਰੌਣਕ ਆ ਜਾਂਦੀ। ਮੇਰੇ ਮਾਤਾ ਪਿਤਾ ਉਸ ਨੂੰ ਬਹੁਤ ਪਿਆਰ ਕਰਦੇ ਸਨ। ਛੁੱਟੀਆਂ ਖਤਮ ਹੋਣ ਤੋਂ ਬਾਅਦ ਉਹ ਆਪਣੇ ਸ਼ਹਿਰ ਚਲਾ ਜਾਂਦਾ। ਪਹਿਲਾਂ ਉਹ ਆਪਣੇ ਮਾਤਾ ਪਿਤਾ ਨਾਲ ਆਉਂਦਾ ਹੁੰਦਾ ਸੀ, ਪਰ ਜਦੋਂ ਉਹ ਥੋੜਾ ਵੱਡਾ ਹੋਇਆ ਤਾਂ ਉਸਦੇ ਘਰ ਵਾਲੇ ਉਸ ਨੂੰ ਬੱਸ ਵਿੱਚ ਬੈਠਾ ਦਿੰਦੇ ਤੇ ਮੇਰੇ ਪਿਤਾ ਜੀ ਉਸ ਨੂੰ ਬੱਸ ਸਟੈਂਡ ਤੋਂ ਲੈਂਦੇ। ਸਾਡਾ ਬਚਪਨ ਇਸੇ ਤਰ੍ਹਾਂ ਖੁਸ਼ੀ-ਖੁਸ਼ੀ ਬੀਤ ਗਿਆ। ਅਸੀਂ ਦੋਨੋਂ ਇੱਕ ਹੀ ਕਲਾਸ ਵਿੱਚ ਪੜ੍ਹਦੇ ਸਾਂ, ਪਰ ਉਹ ਪੜ੍ਹਨ ਵਿੱਚ ਹੁਸ਼ਿਆਰ ਸੀ। ਅਗਲੇ ਸਾਲ ਸਾਡੀ ਬੋਰਡ ਦੀ ਪ੍ਰੀਖਿਆ ਸੀ। ਪੇਪਰਾਂ ਤੋਂ ਪਹਿਲਾਂ ਦੀਆਂ ਛੁੱਟੀਆਂ ਵਿੱਚ ਉਹ ਫਿਰ ਸਾਡੇ ਘਰ ਆਇਆ। ਕਿਉਂਕਿ ਉਹ ਪੜ੍ਹਨ ਵਿੱਚ ਹੁਸ਼ਿਆਰ ਸੀ, ਇਸ ਲਈ ਮੈਂ ਕਈ ਵਿਸ਼ਿਆਂ ਵਿੱਚ ਉਸ ਤੋਂ ਸਹਾਇਤਾ ਲੈਣ ਲੱਗੀ। ਮੇਰੀ ਮੰਮੀ ਵੀ ਉਸ ਨੂੰ ਕਹਿੰਦੀ ਹੈ ਕਿ ਉਹ ਮੈਨੂੰ ਪੇਪਰਾਂ ਦੀ ਤਿਆਰੀ ਵਿੱਚ ਮਦਦ ਕਰ ਦੇਵੇ। ਅਸੀਂ ਛੱਤ ਤੇ ਬੈਠ ਕੇ ਪੜ੍ਹਾਈ ਕਰਦੇ ਰਹਿੰਦੇ। ਇਸ ਵਾਰ ਅਸੀਂ ਕਈ ਦਿਨਾਂ ਤੱਕ ਬਹੁਤ ਨੇੜੇ-ਨੇੜੇ ਰਹੇ। ਕੁਝ ਦਿਨਾਂ ਬਾਅਦ ਛੁੱਟੀਆਂ ਖਤਮ ਹੋਣ ਤੇ ਉਹ ਵਾਪਸ ਚਲਾ ਗਿਆ। ਉਸ ਦੇ ਜਾਣ ਤੋਂ ਬਾਅਦ ਮੈਨੂੰ ਉਸ ਦੀ ਕਮੀ ਮਹਿਸੂਸ ਹੋਣ ਲੱਗੀ। ਕਿਉਂਕਿ ਕਰੀਬ 1 ਮਹੀਨਾ ਅਸੀਂ ਸਿਰਫ ਰਾਤ ਨੂੰ ਸੌਣ ਲਈ ਵੀ ਅਲੱਗ ਹੁੰਦੇ ਸੀ। ਸਵੇਰੇ ਜਾਗਣ ਤੋਂ ਲੈ ਕੇ ਰਾਤ ਸੌਣ ਤੱਕ ਮੈਂ ਉਸ ਦੀ ਇੱਕ-ਇੱਕ ਜ਼ਰੂਰਤ ਦਾ ਖਿਆਲ ਰੱਖਦੀ ਸੀ। ਉਸ ਦੇ ਜਾਣ ਤੋਂ ਬਾਅਦ ਮੈਨੂੰ ਉਸ ਦੇ ਲਈ ਕੁਝ ਨਹੀਂ ਕਰਨਾ ਬੁਰਾ ਲੱਗਣ ਲੱਗਾ। ਪਤਾ ਨਹੀਂ ਕਿਉਂ ਇਸ ਵਾਰ ਉਸ ਦੀ ਕਮੀ ਬਹੁਤ ਮਹਿਸੂਸ ਹੋ ਰਹੀ ਸੀ। ਪਹਿਲਾਂ ਅਜਿਹਾ ਕਦੇ ਨਹੀਂ ਸੀ ਹੋਇਆ। ਮੇਰੀ ਇਸ ਹਾਲਤ ਨੂੰ ਮੇਰੀ ਮਾਂ ਨੇ ਪਹਿਚਾਣ ਲਿਆ ਸੀ, ਪਰ ਮੈਂ ਆਪਣੇ ਅੰਦਰ ਆਏ ਬਦਲਾਅ ਤੋਂ ਅਣਜਾਣ ਸੀ। ਜਾਂਦੇ ਹੋਏ ਉਸ ਨੇ ਕਿਹਾ ਸੀ ਕਿ ਉਹ ਪੇਪਰ ਖਤਮ ਹੋਣ ਤੋਂ ਬਾਅਦ ਫਿਰ ਆਏਗਾ। ਮੈਨੂੰ ਪਾਸ ਹੋਣ ਤੋਂ ਜ਼ਿਆਦਾ ਪੇਪਰ ਖਤਮ ਹੋਣ ਦਾ ਇੰਤਜ਼ਾਰ ਸੀ, ਕਿਉਂਕਿ ਉਸ ਨੇ ਆਉਣਾ ਜੋ ਸੀ। ਇੱਕ ਦਿਨ ਮੇਰੇ ਪਿਤਾ ਜੀ ਦੇ ਨਾਮ ਤੇ ਉਸ ਦੀ ਚਿੱਠੀ ਆਈ। ਚਿੱਠੀ ਵਿੱਚ ਉਸਨੇ ਆਪਣੇ ਆਉਣ ਦੀ ਤਾਰੀਖ ਲਿਖੀ ਸੀ। ਚਿੱਠੀ ਆਉਣ ਤੋਂ ਬਾਅਦ ਮੇਰੀ ਬੇਚੈਨੀ ਹੋਰ ਵੱਧ ਗਈ। ਮੈਂ ਮਨ ਹੀ ਮਨ ਉਸ ਦੇ ਆਉਣ ਦੇ ਦਿਨ ਗਿਣਨ ਲੱਗੀ। ਮੇਰਾ ਬਾਰ-ਬਾਰ ਛੱਤ ਤੇ ਜਾਣਾ, ਦਿਲ ਪਰ ਗੁਆਚੀ ਰਹਿਣਾ, ਖਾਣ ਪੀਣ ਦੀ ਸੁੱਧ ਨਹੀਂ ਰਹਿਣਾ, ਇਹ ਸਭ ਮਾਂ ਨੇ ਗੌਰ ਕਰ ਲਿਆ ਸੀ। ਮਾਂ ਦੀਆਂ ਅਨੁਭਵੀ ਨਜ਼ਰਾਂ ਨੇ ਸਭ ਕੁਝ ਮਹਿਸੂਸ ਕਰ ਲਿਆ ਸੀ। ਉਸ ਦੇ ਆਉਣ ਦਾ ਦਿਨ ਆ ਗਿਆ। ਉਸ ਨੇ ਦੁਪਹਿਰ ਨੂੰ ਆਉਣਾ ਸੀ। ਪਰ ਅਚਾਨਕ ਮਾਂ ਮੈਨੂੰ ਕਮਰੇ ਵਿੱਚ ਲੈ ਗਏ ਅਤੇ ਦਰਵਾਜ਼ਾ ਬੰਦ ਕਰਕੇ ਸਮਝਾਉਣ ਲੱਗੀ। ਮਾਂ ਦੇ ਕਹਿਣ ਦਾ ਮਤਲਬ ਸਾਫ਼ ਸੀ ਕਿ ਉਹਨਾਂ ਨੇ ਮੇਰੇ ਅੰਦਰ ਛਿਪੀ ਹੋਈ ਬੇਚੈਨੀ ਮਹਿਸੂਸ ਕਰ ਲਿਆ ਸੀ। ਉਹ ਸਮਝ ਗਈ ਸੀ ਕਿ ਮੇਰੇ ਦਿਲ ਵਿੱਚ ਕੀ ਚੱਲ ਰਿਹਾ ਹੈ। ਮਾਂ ਨੇ ਮੈਨੂੰ ਪਿਆਰ ਨਾਲ ਸਮਝਾਇਆ ਕਿ ਉਸ ਦੇ ਨਾਲ ਤੇਰਾ ਰਿਸ਼ਤਾ ਕੁਝ ਸੀਮਾਵਾਂ ਨਾਲ ਜੁੜਿਆ ਹੋਇਆ ਹੈ। ਸਮਾਜ ਅਤੇ ਰਿਸ਼ਤੇਦਾਰਾਂ ਵਿੱਚ ਸਾਡਾ ਦੋਨਾਂ ਦਾ ਰਿਸ਼ਤਾ ਪਵਿੱਤਰ ਹੈ। ਜੇਕਰ ਬਚਪਨੇ ਕਰਕੇ ਤੇਰੇ ਦਿਲ ਵਿੱਚ ਕੁਝ ਹੈ, ਉਸ ਨੂੰ ਕੱਢ ਦੇ। ਇਸ ਵਾਰ ਉਸ ਦੇ ਆਉਣ ਤੋਂ ਉਸ ਤੋਂ ਦੂਰ ਰਹਿਣਾ। ਇਸ ਵਿੱਚ ਹੀ ਸਾਡੀ ਸਭ ਦੀ ਇੱਜ਼ਤ ਹੈ, ਨਹੀਂ ਤਾਂ ਬਹੁਤ ਬਦਨਾਮੀ ਹੋਵੇਗੀ। ਮਾਂ ਦੇ ਇਹਨਾਂ ਸ਼ਬਦਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਮੈਂ ਸ਼ਰਮਿੰਦਾ ਮਹਿਸੂਸ ਕਰ ਰਹੀ ਸੀ, ਪਰ ਉਸ ਤੋਂ ਵੀ ਜ਼ਿਆਦਾ ਇਸ ਗੱਲ ਲਈ ਪਰੇਸ਼ਾਨ ਸੀ ਕਿ ਉਹ ਆਉਣ ਤੋਂ ਬਾਅਦ ਉਸ ਤੋਂ ਦੂਰ ਰਹਿਣਾ ਮੇਰੇ ਵੱਸ ਵਿੱਚ ਨਹੀਂ ਸੀ। ਪਰ ਮਾਂ ਨੂੰ ਸ਼ੱਕ ਹੋਣਾ ਮੇਰੇ ਲਈ ਚੰਗਾ ਨਹੀਂ ਸੀ। ਜਦੋਂ ਉਹ ਆਇਆ ਤਾਂ ਮਾਂ ਦੇ ਕਹੇ ਅਨੁਸਾਰ ਉਸ ਨੂੰ ਲੈਣ ਲਈ ਦਰਵਾਜ਼ੇ ਤੱਕ ਵੀ ਨਹੀਂ ਜਾ ਸਕਦੀ ਸੀ। ਉਹ ਬਰਾਂਡੇ ਵਿੱਚ ਬੈਠਾ ਪਿਤਾ ਜੀ ਨਾਲ ਗੱਲਾਂ ਕਰ ਰਿਹਾ ਸੀ, ਪਰ ਮੈਂ ਦੂਜੇ ਕਮਰੇ ਵਿੱਚ ਬੈਠੀ ਤੜਪ ਰਹੀ ਸੀ। ਉਸ ਦੇ ਬੋਲਣ ਦੀ ਆਵਾਜ਼ ਮੈਂ ਸੁਣ ਸਕਦੀ ਸੀ। ਉਹ ਕੁਝ ਰੁਕ-ਰੁਕ ਕੇ ਬੇਮਤਲਬ ਦੀਆਂ ਗੱਲਾਂ ਕਰ ਰਿਹਾ ਸੀ, ਜਿਸ ਨੂੰ ਮੈਂ ਸਮਝ ਰਹੀ ਸੀ। ਮਾਂ ਨੇ ਉਸ ਨੂੰ ਕਿਹਾ ਕਿ ਉਹ ਬੱਸ ਦੇ ਸਫ਼ਰ ਤੋਂ ਥੱਕ ਗਿਆ ਹੋਵੇਗਾ, ਇਸ ਕਰਕੇ ਜਾ ਕੇ ਥੋੜਾ ਆਰਾਮ ਕਰ ਲਵੇ। ਖਾਣਾ ਤਿਆਰ ਹੋਣ ਤੇ ਉਹ ਉਸ ਨੂੰ ਬੁਲਾ ਲਵੇਗੀ। ਮੈਂ ਦੂਸਰੇ ਕਮਰੇ ਵਿੱਚ ਪਿੰਜਰੇ ਵਿੱਚ ਕੈਦ ਪੰਛੀ ਦੀ ਤਰ੍ਹਾਂ ਤੜਫ ਰਹੀ ਸੀ। ਉਸ ਦਿਨ ਅਸੀਂ ਸਾਰਾ ਦਿਨ ਇੱਕ ਦੂਸਰੇ ਨੂੰ ਮਾਂ ਦੀ ਹਦਾਇਤ ਅਤੇ ਪਹਿਰੇਦਾਰੀ ਦੇ ਕਰਕੇ ਨਾ ਮਿਲ ਸਕੇ, ਨਾ ਇੱਕ ਦੂਜੇ ਨੂੰ ਦੇਖ ਸਕੇ। ਮੈਂ ਪੂਰੇ ਦਿਨ ਬੇਚੈਨ ਰਹੀ। ਮੈਂ ਜਾਣਦੀ ਸੀ ਉਸ ਦੀ ਹਾਲਤ ਵੀ ਮੇਰੇ ਵਾਂਗ ਹੀ ਹੋਵੇਗੀ। ਉਸ ਨੂੰ ਆਏ ਹੋਏ 2 ਦਿਨ ਹੋ ਗਏ ਸਨ। ਇਹਨਾਂ 2 ਦਿਨਾਂ ਵਿੱਚ ਮੈਂ ਸਿਰਫ ਇੱਕ ਵਾਰ ਉਸ ਨੂੰ ਕੁਝ ਦੇਰ ਲਈ ਹੀ ਦੇਖ ਸਕੀ ਸੀ। ਮਾਂ
ਦੀਆਂ ਨਿਗਾਹਾਂ ਦਿਨ ਰਾਤ ਸਾਡਾ ਪਿੱਛਾ ਕਰਦੀਆਂ ਰਹਿੰਦੀਆਂ ਸਨ। ਤੀਸਰੇ ਦਿਨ ਮੈਨੂੰ ਮਾਫ਼ ਕਰ ਤੋਂ ਪਤਾ ਲੱਗਿਆ ਹੈ ਕਿ ਮਾਂ ਗਵਾਂਢ ਵਿੱਚ ਕਿਸੇ ਕੰਮ ਲਈ ਗਈ ਹੈ। ਮੇਰੇ ਲਈ ਇਹ ਸੁਨਹਿਰੀ ਮੌਕਾ ਸੀ। ਮੈਂ ਦੌੜਦੀ ਹੋਈ ਉਸ ਦੇ ਕਮਰੇ ਵਿੱਚ ਗਈ। ਉਹ ਉੱਥੇ ਨਹੀਂ ਸੀ। ਮੈਂ ਜਾਣਦੀ ਸੀ ਕਿ ਉਹ ਕਿੱਥੇ ਹੋਵੇਗਾ। ਮੈਂ ਪੌੜੀਆਂ ਚੜ੍ਹ ਕੇ ਛੱਤ ਤੇ ਪਹੁੰਚ ਗਈ। ਉਹ ਛੱਤ ਤੇ ਉਦਾਸ ਜਿਹਾ ਇੱਕ ਕੋਨੇ ਵਿੱਚ ਚੁੱਪਚਾਪ ਬੈਠਾ ਸੀ। ਮੇਰੇ ਪੈਰਾਂ ਦਾ ਖੜਾਕ ਸੁਣ ਕੇ ਉਹ ਮੇਰੇ ਵੱਲ ਵੇਖ ਰਿਹਾ ਸੀ ਤਾਂ ਮੈਂ ਉਸ ਦੀਆਂ ਅੱਖਾਂ ਵਿੱਚੋਂ ਉਸ ਦੀ ਉਦਾਸੀ ਦਾ ਅੰਦਾਜ਼ਾ ਲਗਾ ਸਕਦੀ ਸੀ। ਜੀ ਚਾਹੁੰਦਾ ਸੀ ਕਿ ਇੱਕ ਵਾਰ ਉਸ ਨੂੰ ਲਿਪਟ ਕੇ ਜ਼ੋਰ ਦੀ ਰੋ ਪਵਾਂ, ਪਰ ਡਰ ਕਾਰਨ ਅਜਿਹਾ ਨਾ ਕਰ ਸਕੀ। ਬਹੁਤ ਦੇਰ ਤੱਕ ਅਸੀਂ ਆਪਣੇ ਦੁੱਖ ਦਰਦ ਇੱਕ ਦੂਜੇ ਨੂੰ ਦੱਸਦੇ ਰਹੇ। ਅਸੀਂ ਕਦੋਂ ਤੱਕ ਇੱਕ ਦੂਜੇ ਦਾ ਹੱਥ ਫੜ ਕੇ ਰੋਂਦੇ ਰਹੇ, ਸਾਨੂੰ ਸਮੇਂ ਦਾ ਪਤਾ ਨਾ ਚੱਲਿਆ। ਉਸਨੇ ਕਿਹਾ ਕਿ ਇੱਕ ਘਰ ਵਿੱਚ ਹੀ ਰਹਿੰਦੇ ਹੋਏ ਇੱਕ ਦੂਸਰੇ ਨੂੰ ਦੇਖ ਨਹੀਂ ਪਾਉਣ ਦਾ ਦਰਦ ਉਹ ਝੱਲ ਨਹੀਂ ਸਕਦਾ, ਇਸ ਲਈ ਉਹ ਵਾਪਸ ਜਾਣਾ ਚਾਹੁੰਦਾ ਹੈ। ਉਸਦੀ ਇਸ ਬੇਬਸੀ ਭਰੀ ਗੱਲ ਨੇ ਮੈਨੂੰ ਬਹੁਤ ਰੁਲਾਇਆ। ਉਸਨੇ ਮੇਰੇ ਹੰਝੂ ਪੂੰਝੇ ਅਤੇ ਆਪਣੀ ਜੇਬ ਵਿੱਚੋਂ ਇੱਕ ਕੰਗਣ ਕੱਢ ਕੇ ਮੈਨੂੰ ਦਿਖਾਉਂਦੇ ਹੋਏ ਕਿਹਾ, ਮੈਂ ਇਹ ਤੇਰੇ ਲਈ ਖਰੀਦਿਆ ਸੀ। ਸੋਚਿਆ ਸੀ ਮੈਂ ਤੈਨੂੰ ਆਪਣੀ ਨਿਸ਼ਾਨੀ ਪਹਿਨਾਵਾਂਗਾ। ਮੈਂ ਆਪਣੀ ਬਾਂਹ ਅੱਗੇ ਕੀਤੀ, ਉਦੋਂ ਹੀ ਹੇਠਾਂ ਮਾਂ ਦੀ ਆਵਾਜ਼ ਆਈ। ਉਸਨੇ ਕੰਗਾਲ ਵਾਪਸ ਆਪਣੀ ਜੇਬ ਵਿੱਚ ਰੱਖ ਲਿਆ। ਮੈਂ ਕਿਹਾ, ਪਹਿਨਾ ਰੁਕ ਕਿਉਂ ਗਿਆ? ਉਸਨੇ ਕਿਹਾ, ਮਾਂ ਪੁੱਛੇਗੀ ਤਾਂ ਕੀ ਕਹੇਂਗੀ? ਮੈਂ ਕਿਹਾ, ਕੁਝ ਵੀ ਕਹੇ ਦਵਾਂਗੀ, ਤੂੰ ਪਹਿਨਾ। ਲੇਕਿਨ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਉਸਨੂੰ ਮੇਰੀ ਫਿਕਰ ਸੀ। ਉਸਨੂੰ ਡਰ ਸੀ ਕਿ ਮੇਰੀ ਮਾਂ ਨੂੰ ਸ਼ੱਕ ਨਾ ਹੋ ਜਾਵੇ। ਮੈਂ ਮਜਬੂਰ ਹੋ ਕੇ ਹੇਠਾਂ ਆ ਗਈ। ਇਹ ਸਾਡੀ ਆਖਰੀ ਮੁਲਾਕਾਤ ਸੀ। ਮੈਂ ਰਾਤ ਭਰ ਬਿਸਤਰੇ ਵਿੱਚ ਕਰਵਟ ਬਦਲਦੀ ਰਹੀ। ਸਵੇਰੇ ਜਲਦੀ ਉੱਠ ਕੇ ਮੈਂ ਉਸਦੇ ਕਮਰੇ ਵਿੱਚ ਦੇਖਿਆ, ਉਹ ਉੱਥੇ ਨਹੀਂ ਸੀ। ਉਸਦੇ ਕੱਪੜੇ ਵੀ ਨਹੀਂ ਸਨ। ਮੇਰਾ ਦਿਲ ਜ਼ੋਰ-ਜ਼ੋਰ ਦੀ ਧੜਕਣ ਲੱਗਾ। ਮੈਂ ਇੱਕ ਡਾਕਟਰ ਨੂੰ ਪੁੱਛਿਆ ਤਾਂ ਉਸਨੇ ਦੱਸਿਆ ਕਿ ਰਾਤ ਨੂੰ ਮੇਰੀ ਮਾਂ ਉਸ ਨਾਲ ਬਹੁਤ ਰਾਤ ਤੱਕ ਗੱਲਾਂ ਕਰਦੀ ਰਹੀ ਅਤੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਪਹਿਲੀ ਬੱਸ ਉਹ ਆਪਣੇ ਸ਼ਹਿਰ ਚਲਾ ਗਿਆ। ਮੈਂ ਛੁਪ-ਛੁਪ ਕੇ ਕਈ ਦਿਨਾਂ ਤੱਕ ਰੋਂਦੀ ਰਹੀ। ਮਾਂ ਮੈਨੂੰ ਦੁਨੀਆਦਾਰੀ ਦੀਆਂ ਗੱਲਾਂ ਸਮਝਾਉਂਦੀ ਰਹੀ। ਉਹ ਕਹਿੰਦੀ ਸਮਾਜ ਸਾਡੇ ਸੰਬੰਧ ਨੂੰ ਕਦੇ ਵੀ ਸਵੀਕਾਰ ਨਹੀਂ ਕਰ ਸਕਦਾ ਸੀ। ਸਾਡੇ ਵਿੱਚ ਜੋ ਵੀ ਸੀ ਉਹ ਕੇਵਲ ਬਚਪਨ ਦੀ ਨਾਸਮਝ ਖਿੱਚ ਸੀ। ਜਵਾਨੀ ਵਿੱਚ ਹੋਈ ਇਸ ਗਲਤੀ ਨੂੰ ਭੁੱਲ ਜਾਣ ਵਿੱਚ ਹੀ ਸਾਡੀ ਸਭ ਦੀ ਭਲਾਈ ਸੀ। ਕੁਝ ਸਾਲ ਲੰਘ ਗਏ, ਉਸ ਦਾ ਕੋਈ ਚਿੱਠੀ ਪੱਤਰ ਨਾ ਆਇਆ। ਕਦੇ-ਕਦੇ ਰਿਸ਼ਤੇਦਾਰਾਂ ਤੋਂ ਉਹਨਾਂ ਦੇ ਪਰਿਵਾਰ ਬਾਰੇ ਕੁਝ ਪਤਾ ਲੱਗ ਜਾਂਦਾ। ਸਮੇਂ ਨੇ ਮੇਰੇ ਸਾਰੇ ਜ਼ਖਮ ਭਰ ਦਿੱਤੇ ਸਨ। ਉਸਦੀ ਤਸਵੀਰ ਧੁੰਦਲੀ ਹੋ ਗਈ ਸੀ। ਮੈਂ ਵੀ ਹੁਣ ਰਿਸ਼ਤਿਆਂ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਈ ਸੀ। ਪੜ੍ਹਾਈ ਪੂਰੀ ਹੋ ਜਾਣ ਤੋਂ ਬਾਅਦ ਪਿਤਾ ਜੀ ਨੇ ਮੇਰਾ ਵਿਆਹ ਇੱਕ ਚੰਗੇ ਘਰ ਵਿੱਚ ਤੈਅ ਕਰ ਦਿੱਤਾ। ਸੜਕਾਂ ਬਹੁਤ ਸੁੰਦਰ ਸੀ। ਮੈਂ ਹਾਂ ਕਰ ਦਿੱਤੀ। ਸਾਡੀ ਆਖਰੀ ਮੁਲਾਕਾਤ ਦੇ 4 ਸਾਲ ਬਾਅਦ ਮੇਰੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਹ ਆਇਆ ਸੀ। ਕੁਝ ਲੋਕਾਂ ਦੀਆਂ ਆਪਸੀ ਗੱਲਾਂ ਤੋਂ ਮੈਨੂੰ ਪਤਾ ਚੱਲਿਆ ਕਿ ਉਹ ਆਇਆ ਹੋਇਆ ਹੈ। ਮੇਰਾ ਦਿਲ ਸਾਲਾਂ ਬਾਅਦ ਫਿਰ ਉਸੇ ਤਰ੍ਹਾਂ ਧੜਕ ਉੱਠਿਆ। ਵਿਆਹ ਦੀਆਂ ਰਸਮਾਂ ਪੂਰੀਆਂ ਕਰਦੇ ਮੇਰੀ ਨਿਗਾਹ ਉਸੇ ਨੂੰ ਲੱਭ ਰਹੀ ਸੀ। ਬਰਾਤ ਆਉਣ ਦੀ ਖਬਰ ਸੁਣ ਕੇ ਸਾਰੀਆਂ ਸਹੇਲੀਆਂ ਬਰਾਤ ਦੇਖਣ ਚਲੇ ਗਈਆਂ। ਕਮਰੇ ਵਿੱਚ ਸਜੀ ਤਜੀ ਇਕੱਲੀ ਹੀ ਸੀ। ਦਰਵਾਜ਼ੇ ਤੇ ਕਿਸੇ ਦੀ ਆਵਾਜ਼ ਆਈ। ਮੁੜ ਕੇ ਦੇਖਿਆ ਤਾਂ ਉਹ ਦਰਵਾਜ਼ੇ ਤੇ ਖੜਾ ਸੀ। ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰਾ ਦਿਲ ਹੁਣ ਬਾਹਰ ਨਿਕਲ ਕੇ ਡਿੱਗ ਪਵੇਗਾ। 4 ਸਾਲਾਂ ਬਾਅਦ ਉਹ ਬਹੁਤ ਬਦਲ ਗਿਆ ਸੀ। ਉਹ ਹੁਣ ਪਹਿਲਾਂ ਨਾਲੋਂ ਵੀ ਜ਼ਿਆਦਾ ਸੋਹਣਾ ਲੱਗ ਰਿਹਾ ਸੀ। ਉਹ ਹੌਲੀ-ਹੌਲੀ ਚੱਲਦਾ ਹੋਇਆ ਮੇਰੇ ਪਾਸ ਆ ਕੇ ਖੜ ਗਿਆ। ਮੈਂ ਉਸ ਦੀਆਂ ਅੱਖਾਂ ਵਿੱਚ ਆਪਣੇ ਲਈ ਤੜਫ ਦੇਖ ਕੇ ਨਿੱਬਰ ਗਈ। ਅਸੀਂ ਦੋਨੋਂ ਚੁੱਪਚਾਪ ਇੱਕ ਦੂਜੇ ਨੂੰ ਦੇਖ ਰਹੇ ਸੀ। ਕੁਝ ਕਹਿ ਨਹੀਂ ਸੀ ਰਹੇ, ਪਰ ਸਮਝ ਸਭ ਕੁਝ ਰਹੇ ਸਨ। ਉਸ ਨੇ ਪੁੱਛਿਆ, ਖੁਸ਼ ਏ? ਮੈਂ ਸਿਰ ਹਿਲਾ ਕੇ ਕਿਹਾ, ਹਾਂ। ਉਸ ਦੀਆਂ ਅੱਖਾਂ ਵਿੱਚ ਹੰਝੂ ਸਨ। ਮੇਰਾ ਵੀ ਰੋਣਾ ਨਿਕਲ ਗਿਆ। ਮੈਂ ਉਸਨੇ ਆਪਣੀ ਜੇਬ ਵਿੱਚੋਂ ਉਹੀ ਕੰਗਣ ਕੱਢਿਆ ਜੋ ਸਾਡੀ ਆਖਰੀ ਮੁਲਾਕਾਤ ਤੇ ਉਹ ਪਹਿਨਾ ਨਹੀਂ ਸੀ ਸਕਿਆ। ਮੈਂ ਆਪਣਾ ਹੱਥ ਅੱਗੇ ਕੀਤਾ ਤਾਂ ਉਸਨੇ ਬੜੇ ਪਿਆਰ ਮੇਰੇ ਹੱਥਾਂ ਨੂੰ ਪਕੜ ਲਿਆ। ਉਸਨੇ ਕੰਗਣ ਪਾਏ ਅਤੇ
ਜਲਦੀ ਕਮਰੇ ਚੋਂ ਬਾਹਰ ਚਲਾ ਗਿਆ। ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਮੀਂਹ ਵਰ ਰਿਹਾ ਸੀ। ਮੈਂ ਉੱਥੇ ਵੀ ਜ਼ਮੀਨ ਤੇ ਬੈਠ ਕੇ ਉਦੋਂ ਤੱਕ ਰੋਂਦੀ ਰਹੀ ਜਦ ਤੱਕ ਮੇਰੀਆਂ ਸਹੇਲੀਆਂ ਮੈਨੂੰ ਵਿਆਹ ਦੀਆਂ ਰਸਮਾਂ ਲਈ ਲੈਣ ਲਈ ਨਹੀਂ ਆ ਗਈਆਂ। ਸਾਰੀ ਰਾਤ ਵਿਆਹ ਦੀਆਂ ਰਸਮਾਂ ਚੱਲਦੀਆਂ ਰਹੀਆਂ। ਮੈਂ ਜਦੋਂ ਵੀ ਸਿਰ ਚੁੱਕਦੀ ਤਾਂ ਮੇਰੀ ਨਿਗਾਹ ਉਸੇ ਨੂੰ ਹੀ ਲੱਭਦੀ। ਅਗਲੀ ਸਵੇਰ ਵਿਦਾਈ ਦੇ ਮੌਕੇ ਮਾਂ, ਪਿਤਾ ਜੀ, ਰਿਸ਼ਤੇਦਾਰ ਸਾਰੇ ਰੋ ਰਹੇ ਸਨ। ਅੱਖਾਂ ਵਿੱਚੋਂ ਹੰਝੂ ਵਗ ਰਹੇ ਸਨ। ਉਹਨਾਂ ਹੰਝੂਆਂ ਵਿੱਚ ਕੁਝ ਹੰਝੂ ਉਸ ਦੇ ਨਾਮ ਦੇ ਵੀ ਸਨ। ਮੇਰੀਆਂ ਨਜ਼ਰਾਂ ਉਸ ਨੂੰ ਲੱਭ ਰਹੀਆਂ ਸਨ ਪਰ ਉਹ ਭੀੜ ਵਿੱਚ ਨਹੀਂ ਸੀ। ਮੈਂ ਜਾਣਦੀ ਸੀ ਉਹ ਕਿੱਥੇ ਹੋਵੇਗਾ। ਗੱਡੀ ਵਿੱਚ ਬੈਠਣ ਤੋਂ ਪਹਿਲਾਂ ਨਜ਼ਰ ਚੁੱਕ ਕੇ ਛੱਤ ਤੇ ਦੇਖਿਆ। ਉਹ ਛੱਤ ਤੇ ਉੱਥੇ ਹੀ ਖੜਾ ਸੀ ਜਿੱਥੇ ਅਸੀਂ ਰੋਜ਼ ਘੰਟਿਆਂ ਬੱਧੀ ਬੈਠੇ ਰਹਿੰਦੇ ਸਨ। ਰੋ ਰਿਹਾ ਸੀ ਉਹ। ਝਟਕੇ ਨਾਲ ਗੱਡੀ ਅੱਗੇ ਵਧੀ ਤਾਂ ਉਸਨੇ ਹੌਲੀ ਜਿਹੀ ਹੱਥ ਉਠਾ ਕੇ ਮੈਨੂੰ ਅਲਵਿਦਾ ਕਿਹਾ। ਕਈ ਸਾਲ ਹੋ ਗਏ ਉਸ ਦੇ ਬਾਰੇ ਵਿੱਚ ਮੈਂ ਕੋਈ ਜਾਣਕਾਰੀ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਹਾਂ, ਕਦੇ-ਕਦੇ ਉਸ ਦੀ ਯਾਦ ਜ਼ਰੂਰ ਆ ਜਾਂਦੀ ਹੈ। ਉਮੀਦ ਕਰਦੇ ਹਾਂ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਵੇਗੀ। ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਇੱਕ ਹੋਰ ਕਹਾਣੀ ਲੈ ਕੇ ਜਲਦ ਹਾਜ਼ਰ ਹੋਵਾਂਗੇ। ਤਦ ਤੱਕ ਦਿਓ ਇਜਾਜ਼ਤ। ਧੰਨਵਾਦ।